ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਪ੍ਰੋਗਰਾਮ ਕਰੰਟ ਅਫੇਅਰਸ ਲੈ ਕੇ ਮੈਂ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਚਰਚਾ ਹੁੰਦੀ ਹੈ ਤੇ ਮੇਰੇ ਨਾਲ ਸਾਥ ਦਿੰਦੇ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਪੱਟੀ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਖਬਰਾਂ ਦੀ ਗੱਲਬਾਤ ਜਿਹੜੀ ਆ ਉਹ ਕਰਦੇ ਹਾਂ। ਸੋ ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਲਾਂਘੇ ਦੀ ਹੀ ਗੱਲ ਕਰਾਂਗੇ। ਡਾਕਟਰ ਰੂਪ ਸਿੰਘ ਜਿਹੜੇ ਆ ਉਹ ਜਥੇ ਦੇ ਨਾਲ ਪਾਕਿਸਤਾਨ ਗਏ ਆ। ਉਹਨਾਂ ਨੇ ਇੱਕ ਬਿਆਨ ਦਿੱਤਾ ਕਿ 80% ਕੰਮ ਜਿਹੜਾ ਆ ਉਹ ਪਾਕਿਸਤਾਨ ਨੇ ਕਰ ਲਿਆ ਤੇ ਭਾਰਤ ਵਾਲੇ ਪਾਸਿਓਂ ਕੰਮ ਜਿਹੜਾ ਆ ਉਹ ਢਿੱਲਾ ਆ। ਸੋ ਕਿਵੇਂ ਇਸ ਚੀਜ਼ ਨੂੰ ਦੇਖਦੇ ਹੋ? ਭਾਰਤ ਜਿਹੜਾ ਆ ਉਹ ਰਹਿੰਦੇ ਸਮੇਂ ਦੇ ਵਿੱਚ ਕੰਮ ਕੀ ਪੂਰਾ ਕਰ ਲਏਗਾ? ਜਿੱਥੋਂ ਤੱਕ ਡਾਕਟਰ ਰੂਪ ਸਿੰਘ ਹੋਰਾਂ ਦੀ ਗੱਲ ਆ ਜੀ, ਇੰਝ ਲੱਗਦਾ ਕਿ ਕਾਫੀ ਪ੍ਰੋਫੈਸਰ ਮਿਲ ਕੇ ਉੱਥੇ ਉਹਨਾਂ ਨੂੰ ਵੀ ਆਉਂਦਿਆਂ ਇਹ ਬਿਆਨ ਲੱਗ ਦਿੱਤਾ ਵੀ 80% ਕੰਮ ਉਹਨਾਂ ਕੰਪਲੀਟ ਕਰ ਦਿਆ। ਚੰਗੀ ਗੱਲ। ਔਰ ਨਾਲ ਮੈਂ ਇਹ ਗੱਲ ਕਹੂੰਗਾ ਕਿ ਬਿਆਨ ਤੋਂ ਮੈਂ ਲੱਗ ਦਿੱਤਾ ਤੇ ਜਿਨ੍ਹਾਂ ਦੇ ਤਮੈ ਤੋਂ ਉਹ ਨੌਕਰੀ ਕਰ ਰਿਹਾ, ਜੇ ਉਹਨੂੰ ਚੰਗਾ ਨਾ ਲੱਗਾ ਤੇ ਫਿਰ ਕੀ ਕਰ ਫਿਰ ਜਦ ਚੀਫ ਲੱਗਾ ਵਾ ਕੋਈ ਨਾ ਜਿਹੜਾ ਵਾ ਕੀ ਐਕਸ਼ਨ ਹੋਣਾ ਬਸ ਪਹਿਲੀ ਗੱਲ ਤੇ ਇਹ ਆ ਵੀ ਇਹਦੇ 'ਚ ਕੋਈ ਦੋ ਰਾਵਾ ਨਹੀਂ ਵੀ ਪਾਕਿਸਤਾਨ ਵਾਲੇ ਪਾਸੇ ਤੋਂ ਕਾਫੀ ਕੰਮ ਹੋ ਚੁੱਕਾ ਜੀ, ਕੋਈ ਦੋ ਰਾਵਾ ਨਹੀਂ, ਕੋਈ ਮੁਨਕਰ ਨਹੀਂ। ਲੇਕਿਨ ਹਿੰਦੁਸਤਾਨ ਸਰਕਾਰ ਜਿਹੜੀ ਆ ਕਿਸੇ ਨਾ ਕਿਸੇ ਤਰੀਕੇ ਇਹਨੂੰ ਡਿਲੇ ਕਰਨਾ ਚਾਹੁੰਦੀ ਹੈ। ਔਰ ਜੇ ਇਹਦਾ ਡਿਲੇ ਕੀਤਾ ਤੇ ਨਾ ਅਕਾਲੀਆਂ ਦੇ ਪੱਲੇ ਕੁਛ ਰਹਿਣਾ ਤੇ ਨਾ ਸਰਕਾਰ ਦੇ ਪੱਲੇ ਕੁਛ ਰਹਿਣਾ। ਇਸ ਵੇਲੇ ਅਜੇ ਤੱਕ ਵੀ ਜਿਸ ਸਪੀਡ ਨਾਲ ਆਪਣਾ ਕੰਮ ਇਸ ਪਾਸੇ ਚੱਲਣਾ ਚਾਹੀਦਾ ਵਾ ਉਹ ਨਹੀਂ ਚੱਲ ਰਿਹਾ ਜੀ। ਪਿੱਛੇ ਜੇ ਕਰਨ ਉਤਾਰ ਜਿਹੜੇ ਪੰਜਾਬ ਦੇ ਮੁੱਖ ਸਕੱਤਰ ਆਏ ਸੀ ਉਹ ਦਬਕਾ ਸ਼ੌਕ ਲਾ ਕੇ ਗਏ ਸੀਗੇ, ਲੇਕਿਨ ਸੈਂਟਰ ਤੋਂ ਅਜੇ ਤੱਕ ਕੋਈ ਗ੍ਰਾਂਟ ਨਹੀਂ ਆਈ ਇਹਦੇ ਬਾਰੇ। ਜੇ ਆਈ ਤੇ ਬਹੁਤ ਥੋੜੀ ਹੈ ਜੀ। ਇਸ ਕਰਕੇ ਮੈਂ ਸੋਚਦਾ ਵੀ ਪਾਕਿਸਤਾਨ ਵਾਲੇ ਸੁਹਿਰਦ ਨੇ ਵੀ ਅਸੀਂ ਉਹ ਲਾਂਘਾ ਖੋਲ੍ਹਣਾ। ਤੁਹਾਨੂੰ ਪਤਾ ਵੀ ਉਹ ਸ਼ੁਰੂਆਤ ਵੀ ਉਹਨੇ ਕੀਤੀ ਸੀ ਜਦੋਂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਜਾ ਕੇ ਨਵਜੋਤ ਸਿੰਘ ਸਿੱਧੂ ਸ਼ਾਮਲ ਹੋਇਆ ਜੀ, ਤੇ ਉਹਨਾਂ ਦੇ ਕੰਨ 'ਚ ਫੂਕ ਵੀ ਉਹਨੇ ਮਾਰੀ ਸੀ ਪਹਿਲਾਂ ਵੀ ਅਸੀਂ ਕਰਤਾਰਪੁਰ ਦਾ ਲੰਗਰ ਦੇਣਾ ਚਾਹੁੰਦੇ ਜੀ। ਤੇ ਡਾਕਟਰ ਰੂਪ ਸਿੰਘ ਨੇ ਆ ਕੇ ਜੇ ਇਹ ਬਿਆਨ ਦਿੱਤਾ ਵਾ, ਚੰਗੀ ਗੱਲ ਆ। ਉਹਨਾਂ ਨੂੰ ਇਹ ਚਾਹੀਦਾ ਉਸ ਬਿਆਨ ਤੇ ਖੜੇ ਰਹਿਣ। ਇਹ ਤੇ ਅੰਨਿਆਂ ਨੂੰ ਦੱਸਣ ਡਿਆ ਵੀ ਵਾਕਿਆ ਦੂਜੇ ਪਾਸੇ ਪਾਕਿਸਤਾਨ ਦੇ ਪਾਸੇ ਕੰਮ ਕਾਫੀ ਹੋ ਚੁੱਕਾ ਜੀ, ਤੇ ਬਹੁਤ ਜਲਦੀ ਉਹਨਾਂ ਜੇ ਇੰਨੀ ਗੱਲ ਕਹਿ ਦਿੱਤੀ ਉੱਥੇ ਦੇ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਹਿ ਦਿੱਤੀ ਗੱਲ, ਰਮੇਸ਼ ਸਿੰਘ ਨੇ, ਵੀ 8 ਨਵੰਬਰ ਨੂੰ ਉੱਥੇ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਮਰਾਨ ਖਾਨ ਉਹ ਉਦਘਾਟਨ ਕਰਨਗੇ ਜੀ। 9 ਨੂੰ ਸੰਗਤ ਜਾਏਗੀ, 10 ਨੂੰ ਅਖੰਡ ਪਾਠ ਰਖਾਇਆ ਜਾਏਗਾ ਤੇ 12 ਤਰੀਕ ਨੂੰ ਭੋਗ ਪਾਇਆ ਜਾਵੇਗਾ ਜੀ। ਨਾਲ ਉਹਨਾਂ ਇਹ ਵੀ ਗੱਲ ਕਹੀ ਜਿਹਦੇ ਤੇ ਸਾਡੇ ਅਕਾਲੀ ਦਲ ਵਾਲੇ ਬੜਾ ਰੌਲਾ ਪਾਉਣ ਦੇ ਸੀਗੇ। ਉਹਨਾਂ ਕਿਹਾ ਜੀ ਅਸੀਂ ਆਪਣੇ ਪ੍ਰਧਾਨ ਮੰਤਰੀ ਦੇ ਦਬਾਅ ਪਾਵਾਂਗੇ ਵੀ ਇਹ ਜਿਹੜਾ ਲਾਂਘੇ ਦੇ ਵਿੱਚ ਜਿਹੜੇ ਲੋਕ ਇੱਧਰ ਇਸ ਪਾਸੇ ਆਉਣ ਉਹ ਬਿਨਾਂ ਵੀਜ਼ਾ ਹੋਣ ਜੀ, ਉਹਨਾਂ ਨੂੰ ਪਾਸਪੋਰਟ ਦੀ ਲੋੜ ਨਾ ਹੋਵੇ। ਮੈਂ ਦੱਸਦਾ ਤੁਹਾਨੂੰ, ਨੇਪਾਲ ਵਿੱਚ ਜਦੋਂ ਅਸੀਂ ਜਾਂਦੇ ਹਾਂ ਜੀ, ਨੇਪਾਲ ਦੇ ਜਾਂਦੇ ਹਾਂ ਤੇ ਨੇਪਾਲ ਦੇ ਵਿੱਚ ਸਾਨੂੰ ਜਾਂ ਸਾਡੇ ਕੋਈ ਪਾਸਪੋਰਟ ਹੋਵੇ ਜਾਂ ਵੋਟਰ ਕਾਰਡ ਹੋਵੇ ਜੀ, ਦੋਵਾਂ ਚੋਂ ਇੱਕ ਕਿਸਮ ਜਿਹੜੀ ਮਰਜ਼ੀ ਹੋਵੇ ਉਹ ਅਲਾਓ ਕਰ ਦਿੰਦੇ। ਵੋਟਰ ਕਾਰਡ 'ਚ ਅਲਾਓ ਕਰ ਦਿੰਦੇ ਹੋ, ਤੇ ਜੇ ਪਾਸਪੋਰਟ ਹੋਵੇ ਤਾਂ ਉੱਤੇ ਕਰਦੇ ਖੁਸ਼ੀ ਵੇਖਦੇ ਜੀ ਪਾਸਪੋਰਟ ਠੀਕ ਹੈਗਾ। ਇਸ ਕਰਕੇ ਅਸੀਂ ਸੋਚਦੇ ਵੀ ਇਹਦੇ ਵਿੱਚ ਵੀ ਕੰਡੀਸ਼ਨ ਹੀ ਨੇਪਾਲ ਵਾਲੀ ਹੋਵੇ ਵੀ ਤੁਹਾਡੇ ਕੋਲ ਵੋਟਰ ਕਾਰਡ ਹੈਗਾ, ਤੁਹਾਡੇ ਕੋਲ ਆਧਾਰ ਕਾਰਡ ਹੈਗਾ, ਤੁਹਾਡੇ ਕੋਲ ਪਾਸਪੋਰਟ ਹੈਗਾ, ਜਿਹੜੀ ਚੀਜ਼ ਮਰਜ਼ੀ ਵਿਖਾ ਕੇ ਉਹ ਨੋਟ ਕਰ ਲੈਣਗੇ ਵੀ ਕਿੰਨਾ ਇਹਨਾਂ ਦਾ ਵੋਟਰ ਕਾਰਡ ਨੰਬਰ ਹੈ, ਕਿੰਨਾ ਇਹਨਾਂ ਦਾ ਤੁਹਾਡਾ ਆਧਾਰ ਕਾਰਡ ਨੰਬਰ ਆ, ਤੇ ਉਹ ਤੁਹਾਨੂੰ ਅਲਾਓ ਕਰਨਗੇ, ਚਲੇ ਜਾਓ ਤੁਸੀਂ। ਅਗਲੀ ਗੱਲ, ਜਿਹੜੀ ਗੱਲ ਇਹ ਖਦਸ਼ਾ ਪ੍ਰਗਟ ਕਰ ਰਹੇ ਵੀ 15 ਦੇ ਬੈਚ ਦੀ ਗੱਲ ਕਰਦੇ ਜੀ, ਮੈਂ ਇਹ ਸੋਚਦਾ ਵੀ ਇਹ ਤੇ ਵੀ ਟਿੱਪਣੀ ਨਹੀਂ ਕਰਨੀ ਚਾਹੀਦੀ। ਪ੍ਰਬੰਧ ਉਹਨਾਂ ਨੇ ਕਰਨਾ ਆਪਣੇ ਖੇਤਰ ਦਾ। ਲੋੜ ਸਾਨੂੰ ਆ, ਲਾਂਘਾ ਸਾਨੂੰ ਦੇ ਲੋੜ ਸਾਨੂੰ ਆ ਜੀ, ਉਸ ਪਾਸੋਂ ਕਿਸੇ ਦਿਨ ਨਹੀਂ ਹੋਣਾ। ਜੋ ਜਾਣਿਆ ਇੱਧਰੋਂ ਹੀ ਜਾਣਿਆ ਤੇ ਉਹਨਾਂ ਮੱਥਾ ਟੇਕੀ ਵਾਪਸ ਤੁਰ ਜਾਣਾ। ਅਗਲੀ ਗੱਲ, ਜੇ ਅਸੀਂ ਕਹਿ ਦਈਏ ਨਾ ਵੀ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਨਾਲ ਜਿਹੜਾ ਸੀ ਉੱਥੇ ਬੜਾ ਕੁਛ ਹੋ ਜਾਊਗਾ। ਤੁਸੀਂ ਇਹ ਪਾਕਿਸਤਾਨ ਦੇ ਵਿੱਚ 3000 ਜਿਹੜਾ SCPC ਕੋਲ ਜਥਾ ਜਾਣਦੀ ਹੁੰਦੀ ਅੱਗੇ ਹੁੰਦੀ ਇਹਦੇ ਕੋਲ, ਤੇ ਜਾਂਦੇ ਕਿੰਨੇ 1000 ਚਲੇ ਗਿਆ, 500 ਚਲੇ ਗਿਆ, 700 ਚਲੇ ਗਿਆ, ਕਦੀ 3000 ਪੂਰੀ ਹੋਈ ਜੀ। ਕਿ ਲੋਕਾਂ ਦੇ ਵਿੱਚ ਪਹਿਲਾਂ ਸ਼ੁਰੂ 'ਚ ਇੱਕ ਹੁੰਦੀ ਆ ਉਤਸੁਕਤਾ ਵੀ ਚਲੋ ਜੀ ਮੱਥਾ ਟੇਕਿਆ ਜੀ, ਵੇਖ ਕੇ ਆਈਏ, ਉਸ ਇਸੇ ਘਟਦੀ ਘਟ ਜਾਂਦੀ। ਇਸ ਕਰਕੇ ਮੈਂ ਸੋਚਦਾ ਲੋੜ ਸਾਨੂੰ ਆ ਇਸ ਪਾਸੇ ਜਿਹੜਾ ਚਾਹੀਦਾ ਪੰਜਾਬ ਸਰਕਾਰ ਨੂੰ ਦਬਾਅ ਪਾਵੇ, ਪੰਜਾਬ ਸਰਕਾਰ ਵੱਡੀ ਪੱਧਰ ਤੇ ਕੰਮ ਸ਼ੁਰੂ ਕਰੇ ਤੇ ਮੁੱਖ ਮੰਤਰੀ ਸਾਹਿਬ ਮਹੀਨੇ ਘੱਟੋ ਘੱਟ 10-15 ਦਿਨ ਬਾਅਦ ਆਪ ਚੱਕਰ ਆਉਣ ਉੱਥੇ, ਆਪ ਵੇਖ ਕੇ ਜਾਣ
ਤੇ ਮੈਂ ਇਹ ਸੋਚਦਾ ਜੇ ਪੰਜਾਬ ਸਰਕਾਰ ਆਪਣੇ ਖਾਤੇ 'ਚੋਂ ਆਪਣੇ ਖਜ਼ਾਨੇ 'ਚ ਪੈਸੇ ਖਰਚ ਕਰਦੀ ਤੇ ਉਹ ਸਖਾਰ ਤੇ ਲੱਗਣੇ ਉਹਨਾਂ ਦੇ, ਗਲਤ ਜਗ੍ਹਾ ਨਹੀਂ ਲੱਗਣੇ ਜੀ। ਜੇ ਸੈਂਟਰ ਤੋਂ ਨਹੀਂ ਗ੍ਰਾਂਟ ਆਉਂਦੀ ਤੇ ਇਹਨਾਂ ਨੂੰ ਲਾ ਦੇਣੇ ਚਾਹੀਦੇ ਜੀ। ਭੱਟੀ ਸਾਹਿਬ ਕੱਲ ਬਜਟ ਵੀ ਜਿਹੜਾ ਆ ਉਹ ਵੀ ਪੇਸ਼ ਹੋਇਆ ਆ। ਬਜਟ ਜਿਹੜਾ ਆ 17ਵੀਂ ਲੋਕ ਸਭਾ ਦਾ ਪਹਿਲਾ ਬਜਟ ਪਹਿਲੀ ਵਿੱਤ ਮੰਤਰੀ ਮਹਿਲਾ ਜਿਹੜੀ ਆ ਨਿਰਮਲਾ ਸੀਤਾਰਮਨ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਆ। ਬਜਟ ਦੇ ਵਿੱਚ ਕਿਹਦੇ ਖਾਤੇ 'ਚ ਕੀ ਪਿਆ ਆ, ਕਿਹਦੇ ਹਿੱਸੇ ਕੀ ਆਇਆ ਆ, ਮੈਂ ਚਾਹੂੰਗਾ ਕਿ ਇਸ ਦੇ ਉੱਤੇ ਥੋੜ੍ਹੀ ਜਿਹੀ ਜ਼ਰੂਰ ਤੁਸੀਂ ਜਿਹੜੀ ਆ ਉਹ ਦਰਸ਼ਕਾਂ ਦੇ ਨਾਲ ਗੱਲਬਾਤ ਕਰੋ। ਕਹਿੰਦੇ ਹੁੰਦੇ ਆ ਨਾ ਖਾਤਾ ਨਾ ਨਹੀਂ ਜੀ, ਜੋ ਨਿਰਮਲਾ ਕਹੇ ਉਹ ਸਹੀ। ਨਿਰਮਲਾ ਸੀਤਾਰਮਨ ਨੇ ਆਪਣੇ ਇੱਕ ਔਰਤ ਨੇ ਪਹਿਲਾ ਬਜਟ ਪੇਸ਼ ਕੀਤਾ ਤੇ ਪਹਿਲੇ ਬਜਟ ਦੇ ਵਿੱਚ ਵੀ ਆਮ ਆਦਮੀ ਨੂੰ ਨਿਰਾਸ਼ ਕੀਤਾ ਜੀ। ਜੇ ਸਹੂਲਤਾਂ ਦਿੱਤੀਆਂ ਗਈਆਂ ਤੇ ਉਹ ਅਮੀਰਾਂ ਨੂੰ ਦਿੱਤੀਆਂ ਗਈਆਂ, ਜਿਹੜਾ ਜਾਂ ਗਰੀਬਾਂ ਨੂੰ ਥੋੜ੍ਹੀ ਬੜੀ ਦਿੱਤੀਆਂ ਗਈਆਂ। ਜਿਹੜਾ ਮਿਡਿਓਕਰ ਆ, ਜਿਹੜਾ ਮਿਡਲ ਕਲਾਸ ਆ ਜੀ, ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਉਹਨਾਂ ਵਾਸਤੇ ਕੋਈ ਵੀ ਇਹਨਾਂ ਨੇ ਆਪਣਾ ਕੋਈ ਫੰਡ ਰੱਖਿਆ ਨਹੀਂ ਇਹੋ ਜਿਹਾ ਜਿਹਦੀ ਇਹਨਾਂ ਨੂੰ ਮਿਲ ਸਕਦੀ ਹੋਵੇ ਆਪਣੀ ਉਹ ਸਹੂਲਤ ਮਿਲ ਸਕਦੀ। ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਪੈਟਰੋਲ ਇੱਕ ਪਾਸੇ ਤੇ ਕਰੂਡ ਦੀਆਂ ਕੀਮਤਾਂ ਇੰਟਰਨੈਸ਼ਨਲ ਤੇ ਘਟ ਰਹੀਆਂ ਨੇ ਤੇ ਸਾਡੇ ਪੈਟਰੋਲ ਦੀ ਕੀਮਤ ਵੱਧ ਰਹੀ ਹੈ। ਜਦੋਂ ਕਰੂਡ ਦੀ ਕੀਮਤ ਚਰਸੀਮਾ ਤੇ ਪੁੱਜ ਗਈ ਸੀ ਤੇ ਡਾਕਟਰ ਮਨਮੋਹਨ ਸਿੰਘ ਨੇ ਉਦੋਂ ਵੀ ਜਿਹੜਾ ਸੀ ਪੈਟਰੋਲ ਇੰਨਾ ਮਹਿੰਗਾ ਨਹੀਂ ਹੋਣ ਦਿੱਤਾ। ਜਦੋਂ ਪਾਕਿਸਤਾਨ ਦੇ ਵਿੱਚ 120 ਰੁਪਏ ਲੀਟਰ ਪੈਟਰੋਲ ਹੋ ਗਿਆ ਸੀ, ਸਾਡੇ ਉਦੋਂ ਵੀ 80 ਰੁਪਏ ਸੀ, ਇੱਥੇ 70 ਰੁਪਏ ਸੀ। ਤੇ ਹੁਣ ਤੇ ਕਰੂਡ ਦੀਆਂ ਕੀਮਤਾਂ ਘਟਣ ਕਰਕੇ ਪੰਜਾਬ ਪਾਕਿਸਤਾਨ ਜਾ ਕੇ ਵਿੱਚ ਬਹੁਤ ਸਸਤਾ ਮਿਲਦਾ ਪੈਟਰੋਲ ਤੁਹਾਨੂੰ ਜੀ। ਇੱਥੇ ਜਿਹੜਾ ਵਾ ਪੈਟਰੋਲ ਮਹਿੰਗਾ ਕੀਤਾ ਜਾ ਰਿਹਾ। ਦੂਸਰੀ ਚੀਜ਼ ਜੀ, ਜੇ ਬਾਕੀ ਸਾਰੀਆਂ ਵਸਤਾਂ GST ਦੇ ਵਿੱਚ ਆ ਗਈਆਂ ਤੇ ਇਹ GST ਕਿਉਂ ਨਹੀਂ ਆਇਆ? ਕਿਉਂਕਿ ਉਹਨਾਂ ਨੂੰ ਪਤਾ ਜੇ ਇਹ GST ਵਿੱਚ ਲੈ ਆਂਦਾ ਤੇ ਪੈਟਰੋਲ ਦੀ ਕੀਮਤ 40-50 ਰੁਪਏ ਰਹਿ ਜਾਣੀ। ਸਰਕਾਰ ਇੰਨੀ ਠੱਗ ਰਹੀ ਹੈ ਲੋਕਾਂ ਦੇ ਉੱਤੇ। ਮੇਰੇ ਖਿਆਲ 28,000 ਕਰੋੜ ਤੇ 14,000 ਕਰੋੜ ਇਹਨਾਂ ਕੁ ਮਿਲਾ ਕੇ ਮੇਰੇ ਖਿਆਲ 14 ਕਿ 17 ਹੈਗਾ ਵਾ, ਵੇਖਣਾ ਪਊ ਮਾੜਾ ਜਿਹਾ ਵੀ ਇਹਨਾਂ ਦੀ ਜਿਹੜਾ ਖਪਤ ਹੁੰਦੀ ਡੇਲੀ ਤੇ ਸਾਨੂੰ ਕਿੰਨੇ ਪੈਸੇ ਬਣਦੇ ਜੀ। ਜੇ 1 ਰੁਪਿਆ ਵਧਾਉਣ 2 ਰੁਪਏ ਕਿੰਨੇ ਪੈਸੇ ਬਣਦੇ। ਇਸ ਅਗਲੇ ਚੱਲਦੇ ਕਿਸਾਨਾਂ ਵਾਲੇ ਪਾਸੇ। ਸਭ ਤੋਂ ਵੱਡੀ ਗੱਲ ਇਹ ਵੀ 2014 ਦੀਆਂ ਚੋਣਾਂ ਤੋਂ ਪਹਿਲਾਂ ਜੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਹਰ ਸਟੇਜ ਤੋਂ ਉੱਠ ਕੇ ਬੋਲਦੇ ਰਹੇ ਸੀ ਵੀ ਸਾਡੀ ਸਰਕਾਰ ਬਣਦੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਇਮੀਡੀਏਟਲੀ ਲਾਗੂ ਕੀਤੀਆਂ ਜਾਣਗੀਆਂ ਜੀ। ਲੇਕਿਨ 5 ਸਾਲ ਉਹ ਲੰਘ ਗਏ, ਹੁਣ 6ਵੇਂ ਸਾਲ 'ਚ ਮੈਂ ਰੱਖ ਲਿਆ ਵਾ। ਬਿਲਕੁਲ ਉਹਨਾਂ ਦਾ ਸਿਫਾਰਸ਼ਾਂ ਦਾ ਅੱਜ ਕੋਈ ਜ਼ਿਕਰ ਨਹੀਂ ਕੀਤਾ ਗਿਆ। ਜੇ ਵਿਕਾਸ ਦਰ ਦੀ ਗੱਲ ਕਰੀਏ ਆਪਾਂ, ਖੇਤੀਬਾੜੀ ਦੀ ਵਿਕਾਸ ਦਾ ਜ਼ੀਰੋ ਆ, ਉਹਦੇ ਵਾਸਤੇ ਕੋਈ ਧਿਆਨ ਨਹੀਂ ਹੈਗਾ ਜੀ। ਜੇ ਕਿਸਾਨ ਜਿਹੜਾ ਸਾਡਾ ਘੱਟੋ ਘੱਟ 60 ਤੋਂ ਲੈ ਕੇ 70% ਦੀ ਲੋਕ ਜਿਹੜੇ ਪਿੰਡਾਂ 'ਚ ਰਹਿੰਦੇ ਸਾਡੇ ਜੀ, ਉਹ ਜਿਹੜਾ ਕਿਸਾਨ ਆ ਜੇ ਉਹਦੇ ਬੜੇ ਪੱਲੇ ਪੇ ਕੁਛ ਨਹੀਂ ਪਿਆ ਤੇ ਜਿਹੜਾ ਖੇਤ ਦਾ ਮਜ਼ਦੂਰ ਆ ਉਹਦੇ ਪੱਲੇ ਕੁਛ ਨਹੀਂ ਪਿਆ। ਬਿਲਕੁਲ ਦੋਵਾਂ ਦਾ ਨਾਤਾ ਹੈ। ਸਭ ਤੋਂ ਨੇੜੇ ਦਾ ਕਿਸਾਨ ਮਜ਼ਦੂਰ ਦਾ ਤੇ ਕਿਸਾਨ ਦਾ ਦੇਵਤਾ ਵਾ, ਤੇ ਇਸ ਕਰਕੇ ਉਹਨਾਂ ਵਾਸਤੇ ਕੁਛ ਨਹੀਂ ਰੱਖਿਆ। ਤੇ ਅਗਲੀ ਗੱਲ ਚੱਲਦੇ ਆ ਸਿਹਤ ਵਾਸਤੇ। ਸਿਹਤ ਵਾਸਤੇ ਕੋਈ ਫੰਡ ਨਹੀਂ, ਕੋਈ ਐਜੂਕੇਸ਼ਨ ਵਾਸਤੇ ਫੰਡ ਨਹੀਂ, ਕੋਈ ਬੇਰੁਜ਼ਗਾਰੀ ਦੀ ਗੱਲ ਨਹੀਂ ਕੀਤੀ ਗਈ। ਤੇ ਹੁਣ ਇਹਨੂੰ ਬਈ ਹੋਈ ਕਿ ਫਿਰ ਕਵਾਂਗੇ ਵੀ ਜੋ ਨਿਰਮਲਾ ਕਹੇ ਸਹੀ ਜੀ, ਬਾਕੀ ਤੇ ਕੁਛ ਨਹੀਂ ਹੈਗਾ। ਤੇ ਮੈਂ ਸੋਚਦਾ ਵੀ ਇਹ ਨਿਰਾਸ਼ਾਜਨਕ ਜਿਹੜਾ ਬਜਟ ਆ ਤੇ ਇਹਦੇ ਉੱਤੇ ਕੋਈ ਵੀ ਕੁਛ ਨਹੀਂ ਕੀਤਾ ਗਿਆ। ਜੇ ਕਹਿ ਲਈਏ ਵੀ ਪੁਰਾਣੀ ਸ਼ਰਾਬ ਤੇ ਨਵੀਂ ਬੋਤਲ, ਉਹ ਵੀ ਗਲਤ। ਜੇ ਉਹ ਵੀ ਹੁੰਦਾ ਫਿਰ ਅਸੀਂ ਕਹਿੰਦੇ ਠੀਕ ਆ, ਉਹ ਵੀ ਚੀਜ਼ ਨਹੀਂ ਹੈਗੀ। ਬਜਟ ਦੇ ਵਿੱਚ ਕੋਈ ਇਹੋ ਜਿਹੀ ਕਰਾਮਾਤ ਨਹੀਂ ਕੀਤੀ ਗਈ ਜਿਹਦੇ ਨਾਲ ਸਾਡੇ ਦੇਸ਼ ਦੇ ਵਿਕਾਸ ਦਰ ਵਧੇ। ਭਾਵੇਂ ਕਿ ਨਿਰਮਲਾ ਸੀਤਾਰਮਨ ਨੇ ਕਹਿਤਾ ਕਿ ਵਿਕਾਸ ਦਰ ਸਾਡੀ 5 ਦੇ ਕਰੀਬ ਆ ਗਈ, 5 ਤੋਂ ਬੈਠੀ ਸੀਗੀ, ਇਹ 7 ਤੱਕ ਚੱਲ ਜੇਗੀ। ਤੇ ਜੇ ਇੰਨੀ ਹੇਠ ਦੇ ਬਜਟ ਤੁਸੀਂ ਦਿੱਤਾ ਤੇ ਫਿਰ ਵਿਕਾਸ ਦਰ ਕਿੱਥੋਂ ਵਧਣੀ ਹੈ ਜੀ। ਇਸ ਕਰਕੇ ਮੈਂ ਸੋਚਦਾ ਵਾਂ ਇਹ ਬਜਟ ਦੇ ਵਿੱਚ ਕੁਛ ਵੀ ਨਹੀਂ ਦਿੱਤਾ ਗਿਆ, ਕੁਛ ਵੀ ਨਹੀਂ ਕੀਤਾ ਗਿਆ, ਸਿਰਫ ਖਾਨਾ ਪੂਰਤੀ ਕੀਤੀ ਗਈ ਹੈ ਜੀ। ਪਹਿਲੀ ਵਾਰੀ ਬੀਬੀ ਸੀਤਾਰਮਨ ਜਦੋਂ ਲੈ ਕੇ ਗਈ ਬਜਟ, ਉਹ ਇੱਕ ਲਾਲ ਕੱਪੜੇ 'ਚ ਲਿਖ ਲੈ ਕੇ ਗਈ। ਆਮ ਤੌਰ ਤੇ ਬਰੀਫ ਕੇ ਫੁੱਲਾਂ 'ਚ ਲੈ ਕੇ ਜਾਂਦੇ ਕਾਲੇ ਰੰਗ ਦਾ ਇਹ ਲਾਲ 'ਚ ਲੈ ਕੇ ਗਈ। ਲਾਲ ਦੇ ਵਿੱਚ ਲੈ ਕੇ ਗਏ ਤੇ ਇੱਕ ਖਤਰੇ ਦੀ ਘੰਟੀ ਆ। ਹੁਣ ਜਿਨ੍ਹਾਂ ਲੋਕਾਂ ਨੇ ਕਰਜ਼ਾ ਲਿਆ ਉਹ ਤਿਆਰੀ ਕਰ ਲੈਣ ਜੇਲ੍ਹਾਂ ਦੀ, ਕਿਉਂਕਿ ਹੁਣ ਸਰਕਾਰ ਨੇ ਸਖਤੀ ਨਾਲ ਉਹਨਾਂ ਦੇ ਕੋਲੋਂ ਕਰਜ਼ੇ ਵਸੂਲਣੇ ਆ। ਇਹ ਮਤਲਬ ਥੋੜਾ ਜਿਹਾ ਪੱਟੀ ਸਾਹਿਬ ਕਲੀਅਰ ਕਰ ਦਿਓ ਕਿ ਜਿਨ੍ਹਾਂ ਨੇ ਉਹਦੀ ਕੋਈ ਕਿਸ਼ਤ ਨਹੀਂ ਤਾਰੀ ਜਾਂ ਜਿਹੜੇ ਤਾਰ ਵੀ ਰਹੇ ਆ ਜਾਂ ਕੀ ਇਹਦੇ 'ਚ ਹੈਗਾ? ਨਹੀਂ, ਜਿਹੜੇ ਕਿਸ਼ਤਾਂ ਨੂੰ ਕਿਸੇ ਕੀ ਕਹਿਣਾ, ਜਿਹੜੇ ਡਿਫਾਲਟਰ ਆ NP ਅਕਾਊਂਟ ਹੋਏ ਆ ਉਹਨਾਂ ਤੇ ਸਖਤੀ। ਇਹਦੇ 'ਚ ਕਿਸਾਨ ਵੀ ਸ਼ਾਮਲ ਨੇ? ਕਿਸਾਨ ਵੀ ਸ਼ਾਮਲ ਨੇ, ਕੋਈ ਸ਼ੱਕ ਵਾਲੀ ਗੱਲ ਨਹੀਂ।
ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ 20 ਲੱਖ ਕਿਸਾਨ ਨਾਮ ਜਿਹੜੇ ਸੀ ਉਹ ਦਿੱਤਾ, ਫਾਇਦਾ ਦਿੱਤਾ ਜੀ। ਮੈਂ ਸੋਚਦਾ ਥੋੜਾ ਦਿੱਤਾ, ਬਹੁਤਾ ਤਾਂ ਦਿੱਤਾ, ਲੇਕਿਨ ਜਿਹੜੀ ਗੱਲ ਉਹਨਾਂ ਕਹੀ ਸੀ ਵੀ ਤੁਹਾਡੇ ਅਸੀਂ ਆੜਤੀਆਂ ਦਾ ਕਰਜ਼ਾ, ਤੁਹਾਡਾ ਨੈਸ਼ਨਲ ਬੈਂਕ ਦਾ ਕਰਜ਼ਾ ਸਾਰਾ ਮਾਫ ਕਰਾਂਗੇ, ਲੇਕਿਨ ਉਹਨਾਂ ਨੇ ਪੰਜਾਬ ਡਿਵੈਲਪਮੈਂਟ ਐਗਰੀਕਲਚਰ ਬੈਂਕ ਦਾ ਜਿਹੜਾ ਕਰਜ਼ਾ ਸੀ ਉਹਦੇ ਵਿੱਚੋਂ ਤੁਹਾਨੂੰ ਸਹੂਲਤ ਦਿੱਤੀ ਹੈ, ਬਾਕੀ ਕੋਈ ਨਹੀਂ। ਤੇ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਵਾਅਦੇ ਤੋਂ ਭੱਜ ਗਏ ਨੇ, ਖਜ਼ਾਨਾ ਖਾਲੀ ਹੈ ਜੀ, ਖਜ਼ਾਨਾ ਖਾਲੀ ਹੈ। ਤੇ ਮੈਂ ਤੇ ਸੋਚਦਾ ਵੀ ਜੇ ਕਿਤੇ ਸਹੀ ਤਰੀਕੇ ਨਾਲ ਕੋਈ ਸ਼ਾਸਕ ਚੰਗਾ ਹੋਵੇ, ਜਿਹੜੇ ਝੂਠੇ ਵਾਅਦੇ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਦੇ ਉਹਨਾਂ ਜੀ, ਤੇ ਦਿਮਾਗ ਟਿਕਾਣੇ ਹੋ ਜਾਂਦਾ ਸਿਆਸਤ ਕਿਵੇਂ ਕਰਨੀ। ਬਿਲਕੁਲ। ਬਟ ਸਰ ਰਾਜੀਵ ਗਾਂਧੀ ਦੇ ਕਾਤਲ ਨੂੰ ਪੈਰੋਲ ਜਿਹੜੀ ਆ ਉਹ ਮਿਲੀ ਆ, ਪਰ ਗੱਲ ਜੇ ਪੰਜਾਬ ਦੀ ਕੀਤੀ ਜਾਵੇ ਜਾਂ ਸਿੱਖ ਬੰਦੀਆਂ ਦੀ ਕੀਤੀ ਜਾਵੇ ਤਾਂ ਬਲਵੰਤ ਸਿੰਘ ਰਾਜੋਆਣਾ ਜਾਂ ਹੋਰ ਕਈ ਬਹੁਤ ਸਾਰੇ ਜੇਲ੍ਹਾਂ ਦੇ ਵਿੱਚ ਜਿਹੜੇ ਬੰਦ ਹੈ, ਇਹਨਾਂ ਨੂੰ ਪੈਰੋਲ ਦੇਣ ਵੇਲੇ ਬੜਾ ਵੱਡਾ ਖਤਰਾ ਪੈਦਾ ਹੋ ਜਾਂਦਾ। ਜਿਹੜੀ ਨਦਨੀ ਸ਼੍ਰੀ ਹਰ ਜੀ, ਇਹ 1991 ਦੇ ਜੋ ਰਾਜੀਵ ਗਾਂਧੀ ਦਾ ਕਤਲ ਹੋਇਆ ਉਹਦੇ ਵਿੱਚ ਸ਼ਾਮਲ ਸੀ ਜੀ, ਔਰ ਇਹਨੂੰ ਕੋਰਟ ਨੇ, ਜਿਹੜੀ ਸੈਸ਼ਨ ਜੱਜ ਸੀ ਉਹਨੇ ਇਹਨੂੰ ਸਜ਼ਾ ਦਿੱਤੀ ਸੀਗੀ ਫਾਂਸੀ ਦੀ। ਇਹ ਹਾਈ ਕੋਰਟ ਚਲੀ ਗਈ ਜੀ, ਹਾਈ ਕੋਰਟ ਨੇ ਵੀ ਇਹਦੀ ਫਾਂਸੀ ਸਜ਼ਾ ਬਹਾਲ ਰੱਖੀ। ਇਹ ਸੁਪਰੀਮ ਕੋਰਟ ਚਲੀ ਗਈ, ਉਹਨੇ ਵੀ ਸਜ਼ਾ ਬਹਾਲ ਰੱਖੀ। ਫਿਰ ਇਹ ਰਾਸ਼ਟਰਪਤੀ ਕੋਲ ਚਲੀ ਗਈ ਤੇ ਉਹਨੇ ਵੀ ਇਹਦੀ ਅਪੀਲ ਖਾਰਜ ਕਰ ਦਿੱਤੀ ਤੇ ਇਹ ਫਾਂਸੀ ਜਦ ਆ ਗਈ ਸੀ, ਸਜ਼ਾਬਤਾ ਮੁਜਰਮ ਸੀ। ਜਦੋਂ ਤਾਮਿਲਨਾਡੂ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਜਿਹੜੇ ਫਾਂਸੀ ਵਾਲੇ ਵੀ ਬੰਦੇ ਹੈਗੇ ਨੇ ਜਾਂ 20 ਸਾਲ ਦੇ ਹੈਗੇ ਨੇ, ਜਿਨ੍ਹਾਂ ਦੀ 20 ਸਾਲ ਸਜ਼ਾ ਪੂਰੀ ਹੋ ਗਈ ਆ ਜੀ, ਉਹਨਾਂ ਨੂੰ ਛੱਡ ਦਿੱਤਾ ਜਾਵੇ। ਉਹਦੇ ਵਿੱਚ ਝਗੜਾ ਇਹ ਪੈ ਗਿਆ, ਸੈਂਟਰ ਨੇ ਕਿਹਾ ਵੀ ਇਹ ਸੀਬੀਆਈ ਦੇ ਜਿਹੜੇ ਕੇਸ ਹੁੰਦੇ ਆ, ਸੀਬੀਆਈ ਕੋਰਟ ਦੇ ਕੇਸ ਆ, ਇਹ ਸਿੱਧੇ ਰੂਪ ਦੇ ਵਿੱਚ ਕੇਂਦਰ ਦੇ ਅਧੀਨ ਆ, ਤੁਸੀਂ ਇੱਥੇ ਫੈਸਲਾ ਨਹੀਂ ਲੈ ਸਕਦੇ। ਇਹ ਫਿਰ ਕੋਰਟ ਚਲੀ ਗਈ। ਜੋ ਕੋਰਟ ਗਈ ਤੇ ਸੁਪਰੀਮ ਕੋਰਟ ਨੇ ਫਿਰ ਉੱਥੇ ਫੈਸਲਾ ਲਿਆ ਵੀ ਵਾਕਿਆ ਗੱਲ ਠੀਕ ਆ ਵੀ ਜਿਹਦੀ ਇੰਨੀ ਸਜ਼ਾ ਕੱਟ ਲਈ ਆ, ਆਪਣੀ ਉਮਰ ਦਾ ਹਿੱਸਾ 20 ਸਾਲ ਦਾ ਕੱਟ ਲਿਆ ਉਹਨੂੰ ਫਾਂਸੀ ਕਿਉਂ। ਉਦੋਂ ਫਿਰ ਇਹਦੀ ਫਾਂਸੀ ਦੀ ਜਿਹੜੀ ਸੀ ਉਮਰ ਕੈਦ ਚ ਕਨਵਰਟ ਕੀਤੀ ਜੀ। ਇਹਨੇ ਹੁਣ ਆਪਣੀ ਪੈਰੋਲ ਲਾਈ ਤੇ ਇਹਨੇ ਕਿਹਾ ਜੀ ਮੈਂ ਜੱਜ ਕੋਲੇ ਜਾ ਕੇ ਆਪ ਪੇਸ਼ ਹੋ ਕੇ ਆਪਣੀ ਗੱਲ ਕਰਨਾ ਚਾਹੁੰਦੀ, ਤੇ ਕੋਰਟ ਨੇ ਇਹਨੂੰ ਮਨਜ਼ੂਰੀ ਦੇ ਦਿੱਤੀ ਵੀ ਆ ਜਾ ਬੀਬੀ। ਤੇ ਜਿਹੜੀਆਂ ਇਹਨੇ ਗੱਲਾਂ ਜਾ ਕੇ ਇੱਥੇ ਕੀਤੀਆਂ ਕਾਨੂੰਨ ਦੇ ਮੁਤਾਬਕ ਵੀ ਤੁਹਾਡਾ ਕਾਨੂੰਨ ਹੈ ਕਿੰਨਾ, ਤੁਹਾਡਾ ਕਾਨੂੰਨ ਹੈ ਕਿੰਨਾ, ਸੁਪਰੀਮ ਕੋਰਟ ਦੀ ਆਹ ਰੂਲਿੰਗ ਹੈ, ਹਾਈ ਕੋਰਟ ਦੇ ਵਿੱਚ ਹੈ ਆਦਾ, ਉਹਦੇ ਤੋਂ ਜੱਜ ਕਨਵਿੰਸ ਹੋ ਗਿਆ ਵੀ ਬੀਬੀ ਨੰਦਨੀ ਸਿੰਘ ਨੇ ਆਪਣੀ ਬੇਟੀ ਦੀ ਸ਼ਾਦੀ ਵਾਸਤੇ 1 ਮਹੀਨੇ ਦੀ ਪੈਰੋਲ ਮੰਗੀ ਆ, ਉਹਨਾਂ ਨੇ ਪੈਰੋਲ ਦੀ ਸੈਂਕਸ਼ਨ ਕਰ ਦਿੱਤੀ। ਅਗਲੀ ਗੱਲ ਜੀ, ਪ੍ਰਿੰਕਾ ਗਾਂਧੀ ਇੱਕ ਵਾਰੀ ਜੇਲ੍ਹ 'ਚ ਗਈ, ਇਹਨੂੰ ਮਿਲ ਕੇ ਆਈ ਵੀ ਤੁਸੀਂ ਮੇਰੇ ਬਾਪ ਨੂੰ ਕਿਉਂ ਮਾਰਿਆ, ਤੇ ਉਹਨੇ ਕਿਹਾ ਜੀ ਹਾਲਾਤ ਇਦਾਂ ਦੇ ਸੀ, ਅਸੀਂ ਮਾਰਿਆ ਨਹੀਂ ਹੈ, ਜਜ਼ਬਾਤਾਂ ਨੇ ਮਾਰਿਆ, ਕੀ ਮਾਰਿਆ, ਜੋ ਨਹੀਂ ਜਵਾਬ ਦਿੱਤਾ। ਤੇ ਪ੍ਰਿੰਕਾ ਗਾਂਧੀ ਓਪਨਲੀ ਕਿਹਾ ਸੀ ਜਾਂ ਤੈਨੂੰ ਮਾਫ ਕੀਤਾ। ਜਦੋਂ ਪਰਿਵਾਰਕ ਮੈਂਬਰ ਜਿਨ੍ਹਾਂ ਦਾ ਮਰਿਆ ਬੰਦਾ ਕਹਿੰਦੇ ਮਾਫ ਕੀਤਾ ਤੈਨੂੰ, ਉਦੋਂ ਥੋੜਾ ਕੋਰਟ ਨੂੰ ਥੋੜਾ ਜਿਹਾ ਹੋਰ ਹੈਲਪ ਮਿਲ ਜਾਂਦੀ ਹੈ ਵੀ ਉਹਦੇ ਉੱਤੇ ਜਿਹੜਾ ਨਰਮੀ ਨਾਲ ਪੇਸ਼ ਆਉਂਦੀ। ਹੁਣ ਇਹ ਬੀਬੀ ਜਿਹੜੀ ਆ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਸੀ, ਉਮਰ ਕਦ ਤਬਦੀਲ ਹੋਈ ਆ ਤੇ ਇਹ ਹੁਣ ਜਾ ਰਹੀ ਆ ਛੁੱਟੀ ਦੇ ਉੱਤੇ 1 ਮਹੀਨੇ ਪੈਰੋਲ ਦੇ ਉੱਤੇ। ਹੁਣ ਆਉਣੇ ਆਪਾਂ ਪੰਜਾਬ ਦੇ ਵਿੱਚ ਰਾਜੋਆਣਾ, ਬਲਵੰਤ ਸਿੰਘ ਰਾਜੋਆਣਾ, ਜਿਹੜਾ ਜਿਸ ਬੰਦੇ ਨੇ ਜਿਹੜਾ ਮੁੱਖ ਮੰਤਰੀ ਬੇਅੰਤ ਸਿੰਘ ਸੀਗਾ, ਉਸ ਕਤਲ ਕਾਂਡ ਦੇ ਵਿੱਚ ਉਹਨੇ ਕਿਤੇ ਵੀ ਆਪਣਾ ਕੋਈ ਵਕੀਲ ਨਹੀਂ ਕੀਤਾ, ਆਪਣਾ ਜੁਰਮ ਜਾ ਕੇ ਅਦਾਲਤ 'ਚ ਕਨਵਿੰਸ ਕਰ ਲਿਆ ਵੀ ਮੈਂ ਕੀਤਾ, ਜੋ ਤੁਸੀਂ ਕਰਨਾ ਕਰ ਲਓ। ਉਸ ਟਾਈਮ ਦੇ ਉੱਤੇ ਫਿਰ ਕੋਰਟ ਨੇ ਜਿਹੜਾ ਸੀ ਇਹਨੂੰ ਫਾਂਸੀ ਸਜ਼ਾ ਦੇ ਦਿੱਤੀ ਜੀ। ਚਲੋ ਇਹ ਕਹਿੰਦਾ ਜੀ ਮੈਂ ਕੋਈ ਅਪੀਲ ਨਹੀਂ ਕਰਨੀ, ਮੈਂ ਕੋਈ ਦਲੀਲ ਨਹੀਂ ਕਰਨੀ। ਉਸ ਟਾਈਮ ਦੇ ਕੁਝ ਪੰਥਕ ਜਥੇਬੰਦੀਆਂ SGPC ਹਰਕਤ 'ਚ ਆਏ, ਉਹਨਾਂ ਅਪੀਲਾਂ ਕੀਤੀਆਂ ਤੇ ਮੁੜ ਕੇ ਇਹਦੀਆਂ ਅਪੀਲਾਂ ਖਾ ਦਿੱਤੀਆਂ ਗਈਆਂ ਤੇ ਅਖੀਰ ਦੇ ਵਿੱਚ ਜਾ ਕੇ ਰਾਸ਼ਟਰਪਤੀ ਕੋਲ ਚਲੀ ਗਈ, ਉੱਥੇ ਵੀ ਖਰਚ ਹੋ ਜੀ। ਇਹ ਤੇ ਇਸ ਬੰਦੇ ਤੇ ਵਾਰੰਟ ਸਾਈਨ ਹੋ ਕੇ ਇਹਨੂੰ ਫਾਂਸੀ ਲਾਈ ਜਾਵੇ। ਸਭ ਤੋਂ ਵੱਡਾ ਯੋਗਦਾਨ ਉਸ ਵੇਲੇ ਦੇ ਪਟਿਆਲਾ ਦੇ ਜੇਲ੍ਹ ਛੁੱਟਣ ਦਾ ਸੀ ਜੀ, ਜਿਹੜਾ ਉਹ ਅੜ ਗਿਆ ਵੀ ਮੈਨੂੰ ਜੋ ਮਰਜ਼ੀ ਕਰ ਲਓ, ਮੇਰੇ ਕੋਲ ਪਰਚਾ ਦਰਜ ਕਰ ਦੇ, ਮੈਨੂੰ ਜੇਲ੍ਹ ਬਰਾਬਰ ਦੇ ਸੁੱਟ ਦਿਓ, ਮੈਨੂੰ ਡਿਸਮਿਸ ਕਰ ਦਿਓ, ਮੈਨੂੰ ਫਾਂਸੀ ਨਹੀਂ ਲਾ ਸਕਦੇ। ਉਹਨੇ ਕਾਰਨ ਦੱਸਿਆ ਜੀ, ਉਹ ਕਹਿੰਦਾ ਵੀ ਜਦੋਂ ਇਹ ਪੰਜਾਬ ਦਾ ਕੇਸ ਹੀ ਨਹੀਂ ਤੇ ਫਿਰ ਪੰਜਾਬ ਵਿੱਚ ਲਿਆ ਕੇ ਇਹਨੂੰ ਫਾਂਸੀ ਕੋਲ ਜਾ ਰਹੀ, ਜਿੱਥੋਂ ਦਾ ਕੇਸ ਜਾ ਕੇ ਲੈ ਜਾਓ, ਸਾਨੂੰ ਕਿਦਾਂ ਮੈਂ ਫਾਂਸੀ ਨਹੀਂ ਲਾਉਂਗਾ। ਇਹਦਾ
ਮੇਨ ਟਾਈਮ 29 ਮਾਰਚ ਜੀ 2012 ਦੀ ਗੱਲ, ਜਦੋਂ ਪੂਰੇ ਪੰਜਾਬ ਦੇ ਵਿੱਚ ਇੱਕ ਜਿਹੜੀ ਸੀ ਸਿੱਖਾਂ ਨੇ ਇੱਕ ਬੜਾ ਤਗੜਾ ਪ੍ਰੋਟੈਸਟ ਕੀਤਾ ਸੀ ਵੀ ਰਾਜੋ ਦੀ ਫਾਂਸੀ ਨਾ ਲਾਈ ਜਾਵੇ। ਇਹਦੇ ਨਾਲ ਕੁਲਦੀਪ ਨਈਅਰ ਦੀ ਆਰਟੀਕਲ ਲਿਖਿਆ ਸੀਗਾ ਜੀ ਵੀ ਰਾਜੋ ਵਾਲਿਆਂ ਨੂੰ ਫਾਂਸੀ ਲਾ ਕੇ ਸਿੱਖਾਂ ਦੇ ਸ਼ਹੀਦਾਂ ਦੀ ਕਤਾਰ ਨੂੰ ਹੋਰ ਨਬੇੜਾ ਨਾ ਕੀਤਾ ਜਾਵੇ ਜੀ। ਤੇ ਜਿਹੜਾ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਸੀ ਉਹਦੇ ਵਿੱਚ ਜਸਪਾਲ ਸਿੰਘ ਚੌੜ ਸਿੱਧਵਾਂ ਦਾ ਪੁਲਿਸ ਨੇ ਗੋਲੀ ਮਾਰ ਕੇ ਕਤਲ ਕੀਤਾ ਸੀ ਗੁਰਦਾਸਪੁਰ ਦੇ ਵਿੱਚ, ਜਿਹਦੀ ਬੜੀ ਚਰਚਾ ਹੋਈ ਸੀ ਜੀ। ਉਦੋਂ ਬਾਅਦ ਫਿਰ ਉਹ ਵਾਰੰਟ ਜਿਹੜੇ ਸੀ ਉਹ ਕੈਂਸਲ ਕੀਤੇ ਗਏ ਸੀ ਵੀ ਇਹਦੀ ਜਿਹੜੀ ਆ ਅਸੀਂ ਵਾਰੰਟ ਕੈਂਸਲ ਕਰਦੇ ਹਾਂ। ਤੇ ਅੱਜ ਵੀ ਸੁਪਰੀਮ ਕੋਰਟ ਜਿਹੜੀ ਇਹਦੀ ਰਾਤ ਦੀ ਰਿਪੀਲ ਪਾਈ ਹੈ ਰਾਸ਼ਟਰਪਤੀ ਕੋਲ, ਉਹਦੀ ਪੈਂਡਿੰਗ ਪਈ ਹੈ ਜੀ। ਅਸੀਂ ਇਹ ਕਹਿੰਦੇ ਆ ਵੀ ਜੇ ਉਹ ਲੋਕ ਛੱਡੇ ਜਾ ਸਕਦੇ, ਨਰਲੀ ਸਿੰਘ ਇੱਕ ਪ੍ਰਧਾਨ ਮੰਤਰੀ ਦੇ ਕਤਲ ਦੀ ਗੱਲ, ਦੂਜੇ ਪਾਸੇ ਤੁਸੀਂ ਇਹਦੀ ਗੱਲ ਕਰਦੇ ਸਾਡੇ ਆਪਣੇ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਵਿੱਚ ਇਹਨਾਂ ਨੂੰ ਪਰੋਲ ਕੋਈ ਨਹੀਂ ਮਿਲਦੀ ਜੀ। ਇੱਕ ਹੋਰ ਗੱਲ ਕਰਾਂ, ਭਵਨਦੀਪ ਸਿੰਘ ਜਿਹੜਾ ਮੁੰਡਾ ਹੈਗਾ ਬੜਾ ਸਿਆਣਾ ਮੁੰਡਾ ਜੀ, ਉਹਨੇ ਕਦੇ ਗੱਲ ਕੀਤੀ ਬੜੀ ਵੱਡੀ। ਉਹ ਕਹਿੰਦਾ ਜਦੋਂ 1 ਜੂਨ 2018 ਨੂੰ ਮੋਰਚਾ ਲੱਗਾ ਤੇ ਅਸੀਂ ਉਦੋਂ ਗਏ ਨਾ ਕੋਲੇ 2 ਤਰੀਕ ਨੂੰ ਅਸੀਂ ਗਏ ਤੇ ਅਸੀਂ ਕਿਹਾ ਜੀ ਜਿਹੜੀ ਤੁਸੀਂ ਮੰਗ ਕਰਦੇ ਹੋ ਬੰਦੀ ਸਿੰਘਾਂ ਦੀ ਜਿਨ੍ਹਾਂ ਦੇ ਕੇਸ ਟ੍ਰਾਇਲ ਨੇ ਨਾ ਉਹ ਛੱਡੇ ਜਾਣੇ ਆ ਤੇ ਜਿਨ੍ਹਾਂ ਨੂੰ ਫਾਂਸੀ ਨਾ ਉਹ ਛੱਡੇ ਜਾਣੇ, ਉਹ ਲਿਸਟ ਸਰਕਾਰ ਹੀ ਦਿਓ ਜਿਹੜੇ ਬੰਦਿਆਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਜਾਂ ਜਿਹੜੇ ਬੰਦ ਨੂੰ ਪ੍ਰੋਲ ਮਿਲੇ ਉਹ ਲਿਸਟ ਦਿਓ। ਕਹਿੰਦਾ ਸਾਡੀ ਕਿਸੇ ਦੀ ਸੁਣੀ। ਜਦੋਂ ਇਹ ਮੰਗ ਕੀਤੀ ਗਈ ਸਾਰੇ ਦੇ ਦਿੱਤੇ ਤੇ ਉਹ ਫਿਰ ਕੇ ਛੱਡੀ ਨਹੀਂ ਜਾ ਸਕਦੇ, ਉਹ ਬਾਕੀ ਵਿਚਾਰੇ ਰਗੜੇ ਗਏ। ਹੁਣ ਵੀ ਮੈਂ ਕਹਿੰਦਾ ਵੀ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਵਾ, ਸਾਡੇ ਜਿਹੜੇ ਪੰਥਕ ਨੁਮਾਇੰਦੇ ਨੇ ਐਸਜੀਪੀਸੀ ਆ, ਉਹਨਾਂ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ। ਭਵਨਦੀਪ ਦੀ ਗੱਲ ਤੇ ਕਰਨੀ ਚਾਹੀਦੀ ਗੱਲ। ਪਹਿਲੀ ਗੱਲ ਤੇ ਅੱਜ ਵੀ ਮੋਦੀ ਸਰਕਾਰ ਰਾਸ਼ਟਰਪਤੀ ਇਹਨਾਂ ਦਾ ਅਕਾਲੀ ਦਲ ਭਾਗੀਦਾਰ ਜੀ, ਉਹ ਅਕਾਲੀ ਦਲ ਬਾਦਲ ਜੀ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਵਾ। ਜੇ ਅੱਜ ਵੀ ਕਿਤੇ ਇਹਦੀ ਫਾਂਸੀ ਦੀ ਸਜ਼ਾ ਮਾਫੀ ਕਰਵਾ ਦਿੰਦੇ ਰਾਸ਼ਟਰਪਤੀ ਕੋਲ ਤੇ ਫਿਰ ਮੈਂ ਸੋਚਾਂਗੇ ਕਿ ਰਾਜੋ ਆਣੇ ਨੂੰ ਪਰੋਲ ਮਿਲਦਾ ਰਸਤਾ ਜਿਹੜਾ ਵਾ ਉਹ ਸਾਫ਼ ਹੋ ਜਾਏਗਾ। ਇਸ ਕਰਕੇ ਨਾਲਨੀ ਸਿੰਘ ਇੱਕ ਸਾਡੇ ਵਾਸਤੇ ਇੱਕ ਐਗਜ਼ਾਮਪਲ ਬਣ ਜਾਏਗੀ ਜਿਹਦੇ ਵਿਆਹ ਤੇ ਸਾਡੇ ਜਿਹੜੇ ਬੰਦੀ ਨੇ ਉਹਨਾਂ ਨੂੰ ਪਰੋਲ ਮਿਲਣੀ ਸ਼ੁਰੂ ਹੋ ਜਾਏਗੀ। ਲੇਕਿਨ ਜੋ ਵਿਤਕਰਾ ਸਿੱਖਾਂ ਦਾ ਕੀਤਾ ਜਾ ਰਿਹਾ, ਅੱਜ ਵੀ ਕੀਤਾ ਜਾ ਰਿਹਾ, ਪਹਿਲਾਂ ਵੀ ਕੀਤਾ ਜਾ ਰਿਹਾ, ਉਹਨੂੰ ਰੋਕਣ ਵਾਸਤੇ ਸਾਨੂੰ ਡਿਪਲੋਮੇਸੀ ਵਰਤਣੀ ਪੈਗੀ ਜੀ। ਭੱਟੀ ਸਾਹਿਬ, ਸਨੀ ਦਿਓਲ ਦੇ ਉੱਤੇ ਫਿਰ ਇੱਕ ਵਾਰ ਜਿਹੜੇ ਆ ਉਹ ਬੱਦਲ ਮੰਡਰਾ ਰਹੇ ਆ ਕਿ ਉਸ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਆ। ਸਨੀ ਦਿਓਲ ਪਿਛਲੇ ਕਾਫੀ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਆ ਕਿ ਖੁਦ ਗੁਰਦਾਸਪੁਰ ਆਉਣਾ ਨਹੀਂ ਚਾਹੁੰਦਾ ਤੇ ਉਸਨੇ ਆਪਣੀ ਜਗ੍ਹਾ ਦੇ ਉੱਤੇ ਇੱਕ ਆਪਣਾ ਜਿਹੜਾ ਪੀਏ ਆ ਉਸ ਨੂੰ ਉੱਥੇ ਭੇਜਿਆ ਹੋਇਆ ਵਾ ਕੰਮਕਾਜ ਦੇਖਣ ਵਾਸਤੇ। ਸੋ ਹੁਣ ਜਿਹੜੇ ਖਤਰੇ ਦੇ ਬੱਦਲ ਸਨੀ ਦਿਓਲ ਦੇ ਉੱਤੇ ਮੰਡਰਾ ਰਹੇ ਆ, ਉਹ ਕੀ ਕਾਰਨ ਆ ਉਹਦਾ? ਉਹ ਕਾਰਨ ਇਹ ਆ ਜੀ, ਇਹਨਾਂ ਨੇ ਜਦੋਂ ਨੋਡਲ ਅਫਸਰ ਉਹ ਲੱਗੇ ਸੀਗੇ ਉੱਥੇ ਇਹਨਾਂ ਦੀ ਚੋਣ ਦੇ ਵਿੱਚ, ਉਹਨਾਂ ਨੇ ਇਹ ਜੋ ਰਿਪੋਰਟ ਭੇਜੀ ਚੋਣ ਕਮਿਸ਼ਨ ਨੂੰ, ਉਹਦੇ ਨਾਲ 18.5 ਲੱਖ ਰੁਪਏ ਬਣਦਾ ਸੀ ਵੀ ਇਹਨਾਂ ਜੋ ਰੇਂਜ ਦਿੱਤੀ ਆਪਣੇ ਨੇ ਚੋਣ ਕਮਿਸ਼ਨ ਨੇ, ਉਦੋਂ 18 ਲੱਖ ਰੁਪਇਆ 7.5 ਲੱਖ ਵੱਧ ਖਰਚਿਆ ਜੀ। ਹੁਣ ਇਹਨਾਂ ਦੀ ਪੇਸ਼ੀ ਸੀ, ਆਪ ਨਹੀਂ ਗਏ ਤੇ ਉੱਥੇ ਵਕੀਲ ਗਿਆ, ਵਕੀਲ ਦੇ ਕੋਲੇ ਉਹ ਸਾਬਤ ਕਰਤਾ ਵੀ 8.5 ਲੱਖ ਰੁਪਇਆ ਤੁਸੀਂ ਵੱਧ ਖਰਚਿਆ। ਵਕੀਲ ਨੂੰ ਵੀ ਕਬੂਲ ਕਰਨਾ ਪਈ ਤੁਹਾਡੀ ਗੱਲ ਠੀਕ ਹੈ, ਲੇਕਿਨ ਅਜੇ ਵੀ ਉਹਦਾ ਵਕੀਲ ਕਹੀ ਜਾਂਦਾ ਨਹੀਂ ਜੀ ਇਹ ਅਸੀਂ ਖਰਚਿਆ ਨਹੀਂ ਜੀ, ਬਿਨਾਂ ਕਿਹਨੇ ਖਰਚਿਆ ਸਾਨੂੰ ਨਹੀਂ ਪਤਾ ਜਿਹਦੇ ਬਾਰੇ 'ਚ, ਤੇ ਉਹ ਤੁਹਾਡੇ ਖਾਤੇ 'ਚ ਪਹਿਲਾਂ ਜਵਾਬ ਦਿਓ। ਇਸ ਕਰਕੇ ਉਹਦੇ ਵਿੱਚ ਜਿਹੜੇ ਸਾਡੇ ਸੁਖਜਿੰਦਰ ਸਿੰਘ ਰੰਧਾਵਾ, ਫਿਰ ਜਾਖੜ, ਫਿਰ 1-2 ਮੰਤਰੀ ਸਾਡੇ ਹੋਰ ਹੈਗੇ ਨੇ ਪੰਜਾਬ ਦੇ, ਉਹਨਾਂ ਮੰਗ ਕੀਤੀ ਆ ਵੀ ਇਹਦੀ ਜਿਹੜੀ ਮੈਂਬਰਸ਼ਿਪ ਆ ਉਹ ਰੱਦ ਕਰਕੇ ਨਵੀਂ ਚੋਣ ਕਰਾਈ ਜਾਵੇ। ਇਹ ਨਵੀਂ ਚੋਣ ਹੁੰਦੀ ਹੈ ਜਾਂ ਨਹੀਂ ਹੁੰਦੀ, ਜੇ ਤੇ ਕਿਤੇ ਚੋਣ ਕਮਿਸ਼ਨ ਸ਼ੇਸ਼ਨ ਵਰਗਾ ਹੋਵੇ, ਮਨੋਹਰ ਸਿੰਘ ਗਿੱਲ ਵਰਗਾ ਹੋਵੇ, ਮੈਂ ਨਹੀਂ ਪਰਵਾਹ ਕਰਦਾ, ਵੇਖੋ ਜੀ ਕਾਨੂੰਨ ਆ ਕਹਿੰਦਾ ਮੈਂ ਕਰਤਾ ਰੱਦ ਚ ਚੋਣ, ਕਿਉਂ ਜਦੋਂ ਤੁਸੀਂ ਤੁਹਾਨੂੰ 70 ਲੱਖ ਦੇਤਾ, ਤੁਸੀਂ ਬਿੱਲ ਪੂਰੇ ਪ੍ਰੋਡਿਊਸ ਨਹੀਂ ਕਰ ਸਕੇ, ਜੇ ਕੀਤੇ ਆ ਘੱਟ ਕੀਤੇ ਆ, ਤੁਹਾਡਾ ਖਰਚਾ ਜ਼ਿਆਦਾ ਹੋਇਆ, ਤੇ ਉਹ ਵੀ ਜਿਹੜਾ ਵਾ ਉਹ ਇਹਨਾਂ ਦੀ ਮਰਿਆਦਾ ਤੇ ਨਿਯਮਾਂ ਦੇ ਉਲਟ ਆਉਂਦਾ। ਹੁਣ ਸਨੀ ਦਿਓਲ ਆਪ ਪੇਸ਼ ਨਹੀਂ ਹੋਏ, ਵਕੀਲ ਪੇਸ਼ ਹੋਇਆ, ਵਕੀਲ ਨੂੰ ਉਹਨਾਂ ਕੱਢ ਕੇ ਵਿਖਾਤਾ ਵੀ ਇੰਨੇ ਪੈਸੇ ਵੱਧ ਖਰਚ ਕੀਤੇ ਗਏ ਨੇ, ਇਹਦਾ ਹਿਸਾਬ ਦੱਸੋ ਕੀ ਤੁਹਾਡੇ ਕੋਲ, ਉਹਦਾ ਕੋਈ ਜਵਾਬ ਕੋਈ ਨਹੀਂ ਹੈਗਾ। ਹੁਣ ਅਗਲੀ ਤਰੀਕ ਜਿਹੜੀ ਪਈ ਆ ਉਹਦੇ ਤੇ ਸਨੀ ਦਿਓਲ ਪੇਸ਼ ਹੁੰਦੇ ਆ, ਨਹੀਂ ਪੇਸ਼ ਹੁੰਦੇ ਇਹ ਨਹੀਂ ਪਤਾ, ਲੇਕਿਨ ਜੇ ਚੋਣ ਕਮਿਸ਼ਨ ਇਹਨਾਂ ਦੀ ਮੈਂਬਰਸ਼ਿਪ ਰੱਦ ਵੀ ਕਰਦਾ ਤੇ ਮੇਰੇ ਖਿਆਲ ਪੋਸੀਬਿਲਿਟੀ ਵੀ ਇਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਣਗੇ, ਸਰਕਾਰ ਆਪਣੀ ਆ, ਲੰਘ ਜਾਣਗੇ 5 ਸਾਲ ਇੱਦਾਂ ਹੀ।
ਬਿਲਕੁਲ। ਪੱਟੀ ਸਾਹਿਬ, ਮਹਾਰਾਜਾ ਰਣਜੀਤ ਸਿੰਘ ਅਵਾਰਡ ਖਿਡਾਰੀਆਂ ਨੂੰ ਦੇਣ ਦਾ ਐਲਾਨ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਹੋਇਆ ਆ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਪਿਛਲੇ ਦਿਨ ਇੱਕ ਖਬਰ ਛਪੀ ਸੀ ਕਿ ਪੁਰਾਣੇ ਖਿਡਾਰੀਆਂ ਦੀ ਪੈਨਸ਼ਨ ਵੀ ਬੰਦ ਕਰ ਦਿੱਤੀ ਹੈ ਸਰਕਾਰ ਨੇ। ਬਿਲਕੁਲ ਠੀਕ ਆ ਜੀ। 123 ਦੇ ਕਰੀਬ ਜਿਹੜੇ ਪੁਰਾਣੇ ਖਿਡਾਰੀ ਨੇ ਪੈਨਸ਼ਨ ਬੰਦ ਕਰ ਦਿੱਤੀ ਸੀ ਜੀ। ਪਹਿਲਾਂ ਆਪਾਂ ਚੱਲਦੇ ਹਾਂ ਜੀ ਇਸ ਅਵਾਰਡ ਦੀ ਹਿਸਟਰੀ ਕੀ ਹੈ। 1996 ਦੇ ਵਿੱਚ ਲੁਧਿਆਣੇ ਦੇ ਵਿੱਚ 3 ਰੈਲੀਆਂ ਹੋਈਆਂ ਸੀ ਜੀ। ਇੱਕ ਬਸਪਾ ਮੁਖੀ ਬਾਬੂ ਕਾਸ਼ੀਰਾਮ ਨੇ ਕੀਤੀ ਸੀ ਜੀ। ਇੱਕ ਰੈਲੀ ਤਤਕਾਲੀ ਜਿਹੜੀ ਹੈਗੀ ਸੀ ਆਪਣੀ ਪੰਜਾਬ ਦੀ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਉਹਨੇ ਕੀਤੀ ਸੀ ਜੀ। ਤੇ ਇੱਕ ਰੈਲੀ ਅਕਾਲੀ ਦਲ ਨੇ ਕੀਤੀ ਸੀ ਜਿਨ੍ਹਾਂ ਨੇ ਤਤਕਾਲੀ ਉਸ ਟਾਈਮ ਦੇ ਜਿਹੜੇ ਸਾਡੇ ਲੀਡਰ ਸੀ ਬੀਜੇਪੀ ਦੇ ਵਾਜਪਾਈ ਸਾਹਿਬ ਜੀ, ਜਿਹੜੇ ਵੁੱਡ ਵੀ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਸੀ ਉਹਦੇ ਉਹਨਾਂ ਨੂੰ ਬੁਲਾਇਆ ਗਿਆ ਸੀ ਜੀ। ਉਸ ਰੈਲੀ ਦੇ ਵਿੱਚ ਕੀ ਕੀਤਾ ਗਿਆ, ਇਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 2-3 ਗੱਲਾਂ ਕੀਤੀਆਂ। ਪਹਿਲੀ ਗੱਲ ਤੇ ਇਹ ਵੀ ਉਹ ਸ਼ੁਰੂ ਤੋਂ ਆਪਣੀ ਕਹਿੰਦੇ ਰਹੇ ਆਪਣੇ ਭਾਸ਼ਣਾਂ ਦੇ ਵਿੱਚ ਵੀ ਭਾਈ ਸਾਡੀ ਸਰਕਾਰ ਬਣੂਗੀ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਆਦਰਸ਼ ਰਾਜ ਦੇਵਾਂਗੇ। ਚੰਗੀ ਗੱਲ, ਮਿਲਣਾ ਚਾਹੀਦਾ ਸੀ। ਤੇ ਨਾਲ ਉਹਨਾਂ ਇੱਕ ਅਨਾਉਂਸ ਕੀਤਾ ਵੀ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਇਮਾਨਦਾਰੀ ਨਾਲ ਅਫਸਰ ਕੰਮ ਕਰੇਗਾ ਜੀ, ਉਹਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਾਲ ਦੇ ਵਿੱਚ ਸਨਮਾਨਿਤ ਕਰਿਆ ਕਰਾਂਗੇ ਜੀ। ਸਰਕਾਰ ਬਣ ਗਈ ਜੀ। ਸਰਕਾਰ ਬਣਨ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਵੀ ਸਨਮਾਨਿਤ ਕਰਨ ਦੀ ਗੱਲ ਚੱਲਦੀ ਤੇ ਉਹ ਕਹਿੰਦੇ ਕਿਹਨੂੰ ਸਨਮਾਨਿਤ ਕਰੋਗੇ? ਆਹ ਜਿਹੜੀ ਤੁਹਾਡੇ ਘਰੇ ਘਰੇ ਫੌਜ ਵਿੱਚ ਤੁਰੀ ਫਿਰਦੀ ਹੈ ਕਿ ਕੰਮ ਕਰਨ ਕਰੋਗੇ ਤੁਸੀਂ ਜੀ। ਉਹ ਗੱਲ ਘੱਟੀ ਕੋੜੀ ਨਾਲ ਫਿਰ ਉਹਨਾਂ ਕਹਿਤਾ ਇਹ ਅਵਾਰਡ ਜਿਹੜਾ ਖਿਡਾਰੀ ਦਿੱਤਾ ਜਾਊਗਾ ਜੀ। ਕਿੱਥੇ ਇੱਕ ਇਮਾਨਦਾਰ ਅਫਸਰ ਦੀ ਗੱਲ ਸੀ ਜੀ, ਮੁੜ ਕੇ ਖਿਡਾਰੀਆਂ ਵਾਲੇ ਪਾਸੇ ਆ ਜੀ। ਉਹਨਾਂ ਇੱਕ ਤਰੀਕੇ ਨਾਲ ਸਨਮਾਨਿਤ ਕੀਤਾ, ਉਸ ਤੋਂ ਬਾਅਦ ਸਨਮਾਨਿਤ ਨਹੀਂ ਕੀਤਾ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਤੇ ਆ ਗਿਆ ਵੀ ਭਾਈ ਖਿਡਾਰੀ ਵੀ ਸਾਡੇ ਪੰਜਾਬ ਦੇ ਹੈਗੇ ਨੇ, ਜੇ ਇਹਨਾਂ ਨੂੰ ਉਹ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ ਜਾਵੇ ਇਹ ਚੰਗੀ ਗੱਲ ਆ। ਉਹਨਾਂ ਨੇ 93 ਖਿਡਾਰੀਆਂ ਦੀ ਚੋਣ ਕੀਤੀ ਆ ਜੀ, ਕੌਮੀ ਤੇ ਕੌਮਾਂਤਰੀ ਜੀ, ਜਿਨ੍ਹਾਂ ਦਾ ਉਹ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨ ਕਰਨਗੇ। ਤੇ ਮੈਂ ਇਹ ਚਾਹੂੰਗਾ ਕਿ ਜਿਹੜੀਆਂ ਧੀਆਂ 3 ਝੋਨਾ ਲਾ ਰਹੀਆਂ ਨੇ ਉਹ ਵੀ ਕੌਮੀ ਖਿਡਾਰੀਆਂ ਨੇ ਜੀ, ਕੌਮੀ ਪੱਧਰ ਤੇ ਉਹ ਮੈਡਲ ਲੈ ਕੇ ਆਏ ਨੇ, ਉਹਨਾਂ ਨੂੰ ਵੀ ਇਸ ਅਵਾਰਡ ਦੇ ਵਿੱਚ ਸ਼ਾਮਲ ਕੀਤਾ ਜਾਵੇ ਜੀ, ਤਾਂ ਕਿ ਉਹਨਾਂ ਨੂੰ ਸਕੂਨ ਮਿਲ ਸਕੇ ਵੀ ਆਪਣੀ ਸਟੇਟ ਵਾਸਤੇ ਆਪਣੇ ਦੇਸ਼ ਵਾਸਤੇ ਕੁਝ ਕੀਤਾ ਵਾ ਤੇ ਸਾਨੂੰ ਨਾ ਯਾਦ ਰੱਖੇ। ਜੀ, ਬਿਲਕੁਲ। ਪੱਟੀ ਸਾਹਿਬ, ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀਗਾ, ਸ਼ਰਾਬ ਪੀ ਕੇ ਕੁਝ ਨੌਜਵਾਨਾਂ ਨੇ ਅੰਮ੍ਰਿਤ ਦੀ ਨਕਲ ਕੀਤੀ ਸੀਗੀ। ਉਸ ਚੀਜ਼ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ, ਪਰ ਉਹਨਾਂ ਵਿਅਕਤੀਆਂ ਨੂੰ ਅਜੇ ਤੱਕ ਫੜਿਆ ਨਹੀਂ ਗਿਆ। ਉਹਨਾਂ ਨੇ ਚਾਹੇ ਸੋਸ਼ਲ ਮੀਡੀਆ ਦੇ ਉੱਤੇ ਮਾਫੀ ਜ਼ਰੂਰ ਮੰਗ ਲਈ ਸੀ ਬਾਅਦ ਦੇ ਵਿੱਚ, ਪਰ ਕਾਨੂੰਨੀ ਤੌਰ ਤੇ ਗੱਲ ਕਰੀਏ ਤਾਂ ਉਹਨਾਂ ਦੇ ਉੱਤੇ ਕੋਈ ਉਸ ਤਰੀਕੇ ਦੀ ਕਾਰਵਾਈ ਹੋਈ ਨਹੀਂ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਜਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਸੀ। ਸੋ ਹੁਣ ਪੰਥਕ ਧਿਰਾਂ ਨੇ ਜਿਹੜਾ ਆ ਉਹ ਕੁਝ ਅਲਟੀਮੇਟਮ ਦਿੱਤਾ ਕੁਝ ਦਿਨਾਂ ਦਾ ਕਿ ਇਹਨਾਂ ਵਿਅਕਤੀਆਂ ਨੂੰ ਫੜ ਕੇ ਅੰਦਰ ਡੱਕਿਆ ਜਾਵੇ। ਜਿੱਥੋਂ ਤੱਕ ਸਮਝ ਨਹੀਂ ਆਉਂਦੀ ਲੋਕਾਂ ਦੇ ਦਿਮਾਗ ਨੂੰ ਕੀ ਹੋ ਗਿਆ। ਪਹਿਲਾਂ ਇਹਨਾਂ ਨੇ ਕੁਝ ਗਲਤੀ ਇਹ ਕੀਤੀ ਵੀ ਇੱਕ ਪੀੜੀ ਦੇ ਕੱਪੜਾ ਪਾ ਕੇ ਦੇ ਉੱਤੇ ਪਰਨੇ ਨਾਲ ਚੌਰ ਕਰਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨਕਲ ਕੀਤੀ। ਰੌਲਾ ਪਿਆ, ਬੰਦੇ ਫੜੇ ਗਏ, ਅੰਦਰ ਦੇ ਦਿੱਤੇ। ਫਿਰ ਇਹਨਾਂ ਨੇ ਇੱਕ ਹਰਕਤ ਕੀਤੀ, ਇੱਕ ਮੁੰਡੇ ਨੇ ਵੀ ਜਿਹੜਾ ਹਰਿਮੰਦਰ ਸਾਹਿਬ ਦੀ ਫੋਟੋ ਸੀ ਉਹ ਕੰਪਿਊਟਰ ਤੇ ਜਾ ਕੇ ਉੱਥੇ ਆਪਣੇ ਬਾਬੇ ਦੀ ਫੋਟੋ ਲਾ ਦਿੱਤੀ ਜਿੱਥੇ ਅਸੀਂ ਪ੍ਰਕਾਸ਼ ਕਰਦੇ। ਰੌਲਾ ਪਿਆ, ਉਹ ਬੰਦਾ ਵੀ ਟ੍ਰੇਸ ਕਰ ਲਿਆ। ਮੁੜ ਕੇ ਇਹਨਾਂ ਨੇ ਜਥੇਬੰਦੀਆਂ ਨੇ ਉਹ ਵਿਦੇਸ਼ 'ਚ ਬੈਠਾ ਸੀ ਉੱਥੇ ਟ੍ਰੇਸ ਕਰ ਲਿਆ। ਉਸ ਤੋਂ ਬਾਅਦ ਜਿਹੜੀਆਂ ਹੋਰ ਵੀ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜੀ, ਲੇਕਿਨ ਸਮਝ ਨਹੀਂ ਆਉਂਦੀ ਬਾਰ-ਬਾਰ ਘਟਨਾਵਾਂ ਕਿਉਂ ਵਾਪਰਦੀਆਂ ਜੀ। ਹੁਣ ਇਹਨਾਂ ਨੇ ਉਸੇ ਤਰ੍ਹਾਂ ਜਿਹੜਾ ਬਾਟਾ ਸੀ ਉਹ ਤਿਆਰ ਕੀਤਾ, ਬਾਟੇ 'ਚ ਸ਼ਰਾਬ ਪਾਈ ਆ, ਪੀ ਰਹੀ ਆ, ਨਾਲੇ ਜਕਾਰੇ ਬੁਲਾਏ ਨੇ ਤੇ ਉਹਦੇ ਵਿੱਚ ਇੱਕ ਸਰਦਾਰ ਵੀ ਹੈਗਾ ਤੇ ਬਾਕੀ ਮੋਨੇ ਮੁੰਡੇ ਉਹ 11 ਕਿ 13 ਬੰਦਿਆਂ ਦੇ ਪਰਚਾ ਦਰਜ ਹੋਇਆ ਜਿਹਦੇ 2 ਫੜੇ ਗਏ ਨੇ। ਹੁਣ ਪੰਥਕ ਜਥੇਬੰਦੀਆਂ ਨੇ ਕਿਹਾ ਵੀ ਇਹ ਧਾਰਮਿਕ ਮਾਮਲਾ ਪੁਲਿਸ ਬੰਦੇ ਕਿਉਂ ਨਹੀਂ ਫੜ ਰਹੀ ਬਾਕੀ। ਔਰ ਮੈਂ ਇਹ ਗੱਲ ਕਹੂੰਗਾ ਵੀ ਇਹਦੇ ਤੇ ਥੋੜਾ ਜਿਹਾ ਪੰਥਕ ਜਥੇਬੰਦੀਆਂ ਨੂੰ ਜਿਹੜਾ ਵਾ ਉਹ ਸੰਜਮ ਤੋਂ ਕੰਮ ਲੈਣਾ ਚਾਹੀਦਾ। ਬੱਚੇ ਗਲਤੀਆਂ ਕਰਦੇ ਹੁੰਦੇ ਆ। ਜਦੋਂ ਟਿਕਟੌਕ ਤੇ ਇੱਕ ਦਰਬਾਰ ਸਾਹਿਬ ਦੇ ਵਿੱਚ ਇੱਕ ਡਾਂਸ ਕਰਦੀ ਭੰਗੜਾ ਪਾਉਂਦੇ ਦੀ ਕਿਤੇ ਪਾਈ ਸੀ, ਵੀਡੀਓ ਪਾਈ ਸੀ, ਉਹਨਾਂ ਮੁੰਡਿਆਂ ਨੂੰ ਕੱਖ ਨਹੀਂ ਪਤਾ। ਡੇਢ ਦੂਰ ਤੋਂ ਆਏ ਸੀ ਮੱਥਾ ਟੇਕਣ। ਉਹਨਾਂ ਆਪਣੀ ਵੱਲੋਂ ਪਾਇਆ ਕਿ ਅਸੀਂ ਬਾਬੇ ਦਾ ਬੜਾ ਇੱਥੇ ਲੁਤਫ ਲੈ ਰਹੇ ਸੀ, ਅਸੀਂ ਬੜਾ ਆਨੰਦ ਮਨਾ ਰਹੇ ਹਾਂ ਦਰਬਾਰ ਸ਼ਾਮਲ ਹੋ। ਲੇਕਿਨ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਆਨੰਦ ਜਿਹੜਾ ਵਾ ਸਾਡੇ ਲਈ ਬਰਬਾਦੀ ਦਾ ਕਾਰਨ ਬਣ ਸਕਦਾ। ਬਿਲਕੁਲ। ਉਹਨਾਂ ਨੂੰ ਫੜਿਆ, 295 ਦਾ ਪਰਚਾ ਦਰਜ ਕਰਕੇ ਜੇਲ੍ਹ 'ਚ। ਉਹਨਾਂ ਬੜੀਆਂ ਮਾਫੀਆਂ ਮੰਗੀਆਂ, ਜਨਤਕ ਤੌਰ ਤੇ ਮਾਫੀਆਂ ਮੰਗੀਆਂ, ਪਰ ਨਹੀਂ। ਜਦੋਂ ਮੇਰੇ ਖਿਆਲ ਇਸ ਗੱਲ ਨੂੰ 4-5 ਸਾਲ ਹੋ ਗਏ ਆ,
ਦਰਬਾਰ ਸਾਹਿਬ ਦੇ 6 ਜੂਨ ਨੂੰ ਇੱਕ ਝਗੜਾ ਹੋਇਆ ਦੋਵਾਂ ਦਾ, ਐਸਸੀਬੀਸੀ ਵਾਲੇ ਮੁਲਾਜ਼ਮਾਂ ਦਾ ਤੇ ਆਮ ਲੋਕਾਂ ਦਾ। ਉਹਦੇ ਵਿੱਚ 29 ਮੁੰਡੇ ਫੜ ਕੇ ਅੰਦਰ ਭੇਜੇ 295 ਵਿੱਚ, ਤੇ ਉਹਨਾਂ ਦੇ ਪਰਿਵਾਰ ਅਕਾਲ ਤਖਤ ਤੇ ਆਏ ਤੇ ਉਹਨਾਂ ਦੇ ਪਰਿਵਾਰਾਂ ਨੇ ਲਿਖਤੀ ਮਾਫੀ ਮੰਗੀ ਆ ਕਿ ਜਥੇਦਾਰ ਕੋਲੋਂ ਵੀ ਅਸੀਂ ਮਾਫੀ ਮੰਗਦੇ, ਸਾਡੇ ਬੱਚੇ ਮਾਫੀ ਮੰਗਦੇ, ਇਹਨੂੰ ਛੱਡਿਆ ਜਾਵੇ, ਇਹਨੂੰ ਛਡਾ ਦਿਓ, ਮਾਫੀ ਮੰਗ ਲੈਂਦੇ ਆ। ਮੱਕੜ ਸਾਹਿਬ ਸਾਡੇ ਮਾਨਯੋਗ ਹੈਗੇ ਸੀ, ਆਪਣੇ ਉਹ ਪ੍ਰਧਾਨ ਇੱਕ ਟੁੱਕਰ ਜਿਹਾ ਮੈਨੇਜਰ ਇੱਥੇ ਹੁੰਦਾ ਹੈ, ਮੱਲੀ ਕਹਿੰਦੇ ਹੁੰਦੇ, ਇੱਕ ਉਹ ਤੇ ਇੱਕ ਮੇਰੇ ਖਿਆਲ ਸ਼ਾਇਦ ਉਦੋਂ ਮੈਨੂੰ ਸੈਕਟਰੀ ਯਾਦ ਨਹੀਂ ਕਿਹੜਾ ਸੀਗਾ। ਇਹ 3-4 ਬੰਦੇ ਨਹੀਂ ਸੀ ਮੰਨੇ। ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਭਾਈ ਉਹ ਮਾਫੀ ਮੰਗਦੇ ਤੇ ਗੌਰ ਕਰਕੇ ਛੁਡਾਇਆ ਜਾਵੇ, ਲੇਕਿਨ ਛੁਡਾਇਆ ਨਹੀਂ ਸੀ ਉਹਨਾਂ ਨੇ। ਬਾਅਦ ਦੇ ਵਿੱਚ ਉਹਨਾਂ ਦੀ ਬੇਲਾਂ ਹੋ ਗਈਆਂ, ਕੇਸ ਵੀ ਖਰਾਬ ਹੋ ਗਿਆ, ਵੱਖਰੀ ਗੱਲ ਆ। ਮੈਂ ਸੋਚਦਾ ਵੀ ਇਹਦੇ ਉੱਤੇ ਸਾਡੀਆਂ ਨਲਾਇਕੀਆਂ ਨੇ ਜੀ। ਇਹਨਾਂ ਮੁੰਡਿਆਂ ਨੂੰ ਇਹ ਨਹੀਂ ਪਤਾ ਵੀ ਸੌਦਾ ਸਾਹਿਬ ਨੇ ਨਕਲ ਕੀਤੀ ਤੇ ਕੀ ਹਾਲ ਹੋਇਆ ਸੀ, ਇਹਨਾਂ ਨੂੰ ਇਹ ਨਹੀਂ ਪਤਾ ਟਿਕਟ ਵਾਲਾ ਕੀ ਕੀਤਾ ਤੇ ਕੀ ਹਾਲ ਹੋਇਆ ਸੀਗਾ, ਇਹਨਾਂ ਨੂੰ ਇਹ ਨਹੀਂ ਪਤਾ ਦਰਬਾਰ ਸਾਹਿਬ ਝਗੜਾ ਕਰਨ ਵਾਲਾ ਕੀ ਹੋਇਆ ਸੀ, ਸਭ ਪਤਾ। ਇਹ ਜਾਣ ਬੁੱਝ ਕੇ ਕਿ ਸਾਜ਼ਿਸ਼ ਕੀਤਾ ਜਾਂਦਾ ਵਾ। ਤੇ ਮੈਂ ਸੋਚਦਾ ਵੀ ਸਿੱਖ ਜਥੇਬੰਦੀਆਂ 14 ਦਾ ਜੇ ਕਿਤੇ ਅਲਟੀਮੇਟ ਤਾਂ ਬਹੁਤ ਚੰਗੀ ਗੱਲ ਆ। ਜੇ ਪੁਲਿਸ ਫੜਦੀ ਆ, ਨਹੀਂ ਫੜਦੀ ਤੇ ਫਿਰ ਜੋ ਉਹ ਧਰਨੇ ਮੁਜ਼ਾਹਰੇ ਕਰਨਗੇ ਉਹਦੇ ਤੇ ਜਵਾਬ ਦੇ ਸਰਕਾਰ ਹੋਵੇ ਜੀ। ਸੋ ਬਿਲਕੁਲ ਪ੍ਰੋਗਰਾਮ ਕਰੰਟ ਅਫੇਅਰਸ ਦਾ ਸਮਾਂ ਜਿਹੜਾ ਉਹ ਸਮਾਪਤ ਹੈ ਤੇ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਪੱਟੀ, ਜਿਨ੍ਹਾਂ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਖਬਰਾਂ ਦੇ ਉੱਤੇ ਸਾਂਝ ਪਾਈ ਆ, ਵਿਸਤਾਰਤ ਤੌਰ ਤੇ ਗੱਲਬਾਤ ਕੀਤੀ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਭਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।